ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਆਓ ਜੀ ਅੱਜ ਟੈਸਟ ਕਰਦੇ ਹਾਂ ਜੀ। ਠੀਕ ਆ ਜੀ, 40 ਨੰਬਰ 40 ਪ੍ਰਸ਼ਨ ਨੇ। ਉਮੀਦ ਆ ਤੁਹਾਡੇ ਕੰਮ ਆਉਣਗੇ ਇਹ। ਸ਼ੁਰੂ ਕਰਦੇ ਹਾਂ ਜੀ। ਪ੍ਰਸ਼ਨ ਨੰਬਰ 1 ਜੀ, ਪਿਛਲਾ ਨੀਵਾਂ ਗੋਲ ਅਤੇ ਦੀਰਘ ਸਵਰ ਹੈ। A B C ਅਤੇ D। ਪਿਛਲਾ ਵੀ ਹੋਣਾ ਚਾਹੀਦਾ, ਠੀਕ ਆ ਜੀ, ਨੀਵਾਂ ਗੋਲ ਅਤੇ ਦੀਰਘ। ਤਾਂ ਇਸ ਦਾ ਜਿਹੜਾ ਪ੍ਰਸ਼ਨ ਦਾ ਸਹੀ ਉੱਤਰ ਹੈਗਾ ਉਹ ਹੈਗਾ ਵਾ ਸੀ, ਔ। ਅੱਗੇ ਜੀ ਪ੍ਰਸ਼ਨ ਨੰਬਰ 2, ਜਦੋਂ ਕਿਸੇ ਸ਼ਬਦ ਵਿੱਚ ਦੋ ਸਵਰ ਇੱਕ ਹੀ ਜਾਪਣ। ਜਦੋਂ ਕਿਸੇ ਸ਼ਬਦ ਦੇ ਵਿੱਚ ਦੋ ਸਵਰ ਇੱਕ ਹੀ ਜਾਪਣ, ਸਵਰ ਗੁੱਛੇ, ਦੋਸੰਧੀ ਸਵਰ, ਸਵਰ ਸੰਯੋਗ ਜਾਂ ਕੋਈ ਨਹੀਂ। ਦੂਜੇ ਪ੍ਰਸ਼ਨ ਦਾ ਜਿਹੜਾ ਸਹੀ ਉੱਤਰ ਹੈਗਾ ਜੀ ਉਹ ਹੈਗਾ ਵਾ ਦੋਸੰਧੀ ਸਵਰ। ਪ੍ਰਸ਼ਨ ਨੰਬਰ 3, ਨਵਾਂ ਚਾਨਣ ਇਕਾਂਗੀ ਵਿੱਚ ਵਿਸ਼ਾ ਹੈ। ਅਨਪੜ੍ਹਤਾ, ਦਾਜ, ਜਾਗੀਰਦਾਰੀ ਸਮੱਸਿਆ ਜਾਂ ਅਤਿਆਚਾਰ ਜਾਂ ਕੋਈ ਨਹੀਂ। ਨਵਾਂ ਚਾਨਣ ਸਮੱਸਿਆ ਪੁਰਾਣੀ ਵੀਡੀਓ 'ਚ ਦੱਸਿਆ ਹੋਇਆ ਜੀ ਆਪਾਂ ਇਹਨਾਂ ਚੀਜ਼ਾਂ ਬਾਰੇ। ਨਵਾਂ ਚਾਨਣ ਜਿਹੜੀ ਸਮੱਸਿਆ ਹੈਗੀ ਆ ਉਹ ਹੈਗੀ ਆ ਜੀ ਪੜ੍ਹੇ ਲਿਖੇ ਅਤੇ ਅਨਪੜ੍ਹਤਾ ਦੀ ਸਮੱਸਿਆ। ਮੇਨ ਸਮੱਸਿਆ ਦੇ ਵਿੱਚ ਕੀ ਆ, ਅਨਪੜ੍ਹਤਾ ਦੀ ਲਈ ਗਈ ਹੈਗੀ ਆ। ਨਵਾਂ ਚਾਨਣ ਇਕਾਂਗੀ ਕਿਸ ਦੀ ਹੈਗੀ ਆ, ਨਾਟਕ ਹਰਚਰਨ ਸਿੰਘ ਦਾ। ਠੀਕ ਹੈ ਜੀ। ਅੱਗੇ ਗੱਲ ਕਰਦੇ ਹੈਗੇ ਆ ਜੀ ਪ੍ਰਸ਼ਨ ਨੰਬਰ 4, ਜੈਲਦਾਰ ਇਕਾਂਗੀ ਹੈ। ਹਰਚਰਨ ਸੇਖੋਂ, ਗਾਰਗੀ ਜਾਂ ਕਪੂਰ ਸਿੰਘ ਘੁੰਮਣ। ਜੈਲਦਾਰ ਇਕਾਂਗੀ ਜਿਹੜੀ ਹੈਗੀ ਆ ਇਹ ਹੈਗੀ ਆ ਜੀ ਕਪੂਰ ਸਿੰਘ ਘੁੰਮਣ ਦੀ। ਕਦੋਂ ਛਪੀ ਯਾਦ ਰੱਖ ਲਓ, ਠੀਕ ਆ ਜੀ। ਪ੍ਰਸ਼ਨ ਨੰਬਰ 5, ਜੈਲਦਾਰ ਇਕਾਂਗੀ ਔਰਤ ਵਿੱਚ ਕਿਸ ਦਸ਼ਾ 'ਤੇ ਹੈ। ਮਤਲਬ ਜੈਲਦਾਰ ਜਿਹੜੀ ਇਕਾਂਗੀ ਹੈਗੀ ਆ ਔਰਤ ਦੀ ਕਿਸ ਦਸ਼ਾ 'ਤੇ ਆਧਾਰਿਤ ਹੈਗੀ ਆ। ਨਿਡਰਤਾ 'ਤੇ, ਗਰੀਬੀ 'ਤੇ, ਵੇਸਵਾਪਣ ਜਾਂ ਇਹਨੂੰ ਕੀ ਕਹਾਂਗੇ, ਮੇਰੇ ਦਿਮਾਗ 'ਚ ਨਹੀਂ ਆ ਰਿਹਾ ਜੀ। ਮੈਂ ਲਿਖਿਆ ਹੋਇਆ ਸੀਗਾ ਇਹ ਕੁਐਸਚਨ, ਬੇਬਸੀ। ਠੀਕ ਆ ਜੀ, ਉਹ ਸਪੈਲਿੰਗ ਗਲਤ ਹੋ ਗਏ ਇਹ, ਕੋਈ ਗੱਲ ਨਹੀਂ। ਤਾਂ ਇਹਨਾਂ 'ਚੋਂ ਕਿਹੜੀ ਆਪਸ਼ਨ 'ਤੇ ਆਧਾਰਿਤ ਹੈਗੀ ਆ, ਅਤੇ ਤੁਹਾਡਾ ਸਹੀ ਉੱਤਰ ਹੈਗਾ ਜੈਲਦਾਰ ਇਕਾਂਗੀ ਦੇ ਵਿੱਚ ਔਰਤ ਦੀ ਬੇਬਸੀ ਨੂੰ ਜਿਹੜਾ ਵਾ ਚਿਤਰਿਆ ਗਿਆ ਵਾ। ਪ੍ਰਸ਼ਨ ਨੰਬਰ 6, ਮਨ ਦੀਆਂ ਮਨ ਜਿਹੜੀ ਇਕਾਂਗੀ ਦਾ ਪਾਤਰ ਕੌਣ ਹੈ। ਮਨ ਦੀਆਂ ਮਨ ਵਿੱਚ ਸ਼ੇਰੂ, ਅੰਬੋ, ਜੈਲਦਾਰ ਜਾਂ A ਅਤੇ B। ਤਾਂ ਇਸ ਦਾ ਜਿਹੜਾ ਸਹੀ ਉੱਤਰ ਹੈਗਾ ਉਹ ਹੈਗਾ A ਅਤੇ B, ਸ਼ੇਰੂ ਅਤੇ ਅੰਬੋ। ਠੀਕ ਆ ਜੀ। ਸ਼ੇਰੂ ਇੱਕ ਅਜਿਹਾ ਪਾਤਰ ਦਿਖਾਇਆ ਗਿਆ ਜਿਹੜਾ ਕਿ ਮਤਲਬ ਔਰਤ ਨਾਲ ਹਮਦਰਦੀ ਰੱਖਦਾ ਹੈ, ਉਸਦੇ ਦੁੱਖ ਤਕਲੀਫਾਂ ਨੂੰ ਘੱਟ ਕਰਨਾ ਚਾਹੁੰਦਾ ਹੈ। ਗੁਰਮੁਖੀ ਲਿਪੀ ਵਿੱਚ ਗੁਰਮੁਖੀ ਲਿਪੀ ਜਨਮ ਅਤੇ ਵਿਕਾਸ ਪੁਸਤਕ ਹੈ। ਗੁਰਮੁਖੀ ਲਿਪੀ ਜਨਮ ਅਤੇ ਵਿਕਾਸ, ਪ੍ਰੇਮ ਪ੍ਰਕਾਸ਼, GB ਸਿੰਘ, ਵੇਦ ਅਗਨੀਹੋਤਰੀ। ਕਿਤਾਬਾਂ ਨੂੰ ਨਾ ਤੁਸੀਂ ਇੱਕ ਥਾਂ 'ਤੇ ਲਿਖ ਲਓ। ਮੈਂ ਪਹਿਲਾਂ ਵੀ ਕਿਹਾ ਸੀ ਜੇ ਤੁਸੀਂ ਇਹਨੂੰ ਚਿਰਸਥਾਈ ਯਾਦ ਕਰਨਾ ਵਾ ਤਾਂ ਇਸ ਪ੍ਰਸ਼ਨ ਦਾ ਜਿਹੜਾ ਉੱਤਰ ਹੈਗਾ ਵਾ ਉਹ ਹੈਗਾ ਵਾ JB ਸਿੰਘ। ਠੀਕ ਹੈ ਜੀ। ਅਗਲਾ ਪ੍ਰਸ਼ਨ 8, ਈ ਨੂੰ ਮੱਤ ਲਗ ਲੱਗਦੀਆਂ ਹਨ। ਈ ਨੂੰ ਕਿੰਨੀਆਂ ਲਗ ਲੱਗਦੀਆਂ ਹਨ। 4, 3, 6 ਜਾਂ ਕੋਈ ਨਹੀਂ। ਤਾਂ ਇਸ ਦਾ ਜਿਹੜਾ ਸਹੀ ਉੱਤਰ ਹੈਗਾ ਵਾ ਉਹ ਹੈਗਾ ਜੀ 4 ਨਹੀਂ ਹੈਗਾ, 3 ਹੈਗਾ ਵਾ। ਠੀਕ ਹੈ ਜੀ। ਈੜੀ ਨੂੰ 3 ਲਗਾਂ ਲੱਗਦੀਆਂ ਨੇ। ਅਗਲਾ ਪ੍ਰਸ਼ਨ ਸਾਡਾ ਜੀ, ਕਿਹੜੇ ਜ਼ਿਲ੍ਹੇ ਵਿੱਚ ਮਾਝੀ ਨਹੀਂ ਬੋਲੀ ਜਾਂਦੀ। ਕਿਹੜੇ ਜ਼ਿਲ੍ਹੇ ਵਿੱਚ ਮਾਝੀ ਨਹੀਂ ਬੋਲੀ ਜਾਂਦੀ। ਅੰਮ੍ਰਿਤਸਰ, ਜਲੰਧਰ, ਤਰਨਤਾਰਨ ਜਾਂ ਲਾਹੌਰ। ਜਿਹੜੀ ਮਾਝੀ ਨਹੀਂ ਬੋਲੀ ਜਾਂਦੀ ਹੈਗੀ ਉਹ ਨਹੀਂ ਬੋਲੀ ਜਾਂਦੀ ਜੀ ਜਲੰਧਰ ਦੇ ਵਿੱਚ, ਦੁਆਬੀ ਦਾ ਇਲਾਕਾ। ਠੀਕ ਆ ਜੀ, ਦੁਆਬ ਏਰੀਆ ਇਹ। ਮੁੰਡਾ ਸੋਹਣਾ ਗਾਉਂਦਾ ਹੈ ਵਾਕ ਵਿੱਚ ਕਿੰਨੇ ਵਾਕਾਂਸ਼ ਹਨ। 2, 4, 3 ਜਾਂ 5। ਵਾਕਾਂਸ਼ ਸ਼ਬਦ ਤੋਂ ਥੋੜ੍ਹਾ ਜਿਹਾ ਵੱਡਾ। ਤਾਂ ਇਸ ਦਾ ਜਿਹੜਾ ਸਹੀ ਉੱਤਰ ਹੈਗਾ ਵਾ ਮੁੰਡਾ ਸੋਹਣਾ ਮੁੰਡਾ ਗਾਉਂਦਾ ਹੈ। ਸਹੀ ਉੱਤਰ ਤੁਸੀਂ ਪਹਿਚਾਣ ਲਿਆ ਹੋਣਾ। ਠੀਕ ਹੈ ਜੀ। ਅੱਗੇ ਜੀ ਪ੍ਰਸ਼ਨ ਨੰਬਰ 11, ਗੀਤਾ ਕਿਤਾਬ ਪੜ੍ਹਦੀ ਹੈ। ਸਧਾਰਨ ਕਿਰਿਆ, ਸਧਾਰਨ ਵਾਕ ਵਾ, ਸੰਯੁਕਤ ਵਾਕ ਵਾ, ਮਿਸ਼ਰਤ ਵਾ ਜਾਂ ਕੋਈ ਨਹੀਂ। ਗੀਤਾ ਕਿਤਾਬ ਪੜ੍ਹਦੀ ਹੈ ਤਾਂ ਇਸ ਦਾ ਸਹੀ ਉੱਤਰ ਹੈਗਾ ਵਾ ਸਧਾਰਨ ਵਾਕ। ਇੱਕੋ ਉਚਾਰਖੰਡ ਵਿੱਚ ਮੁੱਕਣ ਵਾਲੇ ਵਾਕ ਨੂੰ ਸਧਾਰਨ ਵਾਕ ਕਹਿ ਦਿੱਤਾ ਜਾਂਦਾ ਵਾ। ਅਗਲਾ ਪ੍ਰਸ਼ਨ ਜੀ ਸਾਡਾ, ਇਸਲਾਮ ਧਰਮ ਦੇ ਮੁੱਖ ਰੁਕਨ ਕਿੰਨੇ ਹਨ। 4, 5, 7 ਜਾਂ 8। ਰੁਕਨ ਜਿਹੜੇ ਹੈਗੇ ਨੇ ਕਿੰਨੇ ਹੈਗੇ ਨੇ। ਪੜਾਅ 4 ਹੈਗੇ ਨੇ। ਠੀਕ ਹੈ ਜੀ। ਵਾਦੀਆਂ ਜਿਹੜੀਆਂ 7 ਹੈਗੀਆਂ ਨੇ। ਤਾਂ ਰੁਕਨ ਜਿਹੜੇ ਹੈਗੇ ਨੇ ਉਹ 5 ਦੱਸੇ ਗਏ ਨੇ। ਪ੍ਰਸ਼ਨ ਨੰਬਰ 13, ਵਾਰਿਸ ਦੀ ਹੀਰ ਦਾ ਗੁਣ ਕਹਾਣੀ ਕਰਕੇ ਨਹੀਂ ਸਗੋਂ ਉਸਦੇ ਕਲਾ ਪੱਖ ਜਾਂ ਨਿਭਾਅ ਕਰਕੇ ਹੈ। ਇਹ ਕਥਨ ਹੈ। ਉਹ ਕਹਿੰਦਾ ਜਿਹੜਾ ਉਹਦਾ ਕਹਾਣੀ ਜਾਂ ਵਿਸ਼ਾ ਵਸਤੂ ਨਹੀਂ ਜ਼ਿਆਦਾ ਵਧੀਆ ਹੈਗਾ ਗਾ,
ਜਿਹੜੀ ਉਹਦੀ ਭਾਸ਼ਾ ਜਿਹੜੀ ਬੋਲੀ ਗਈ ਹੈ, ਸ਼ਬਦਾਵਲੀ ਬੋਲੀ ਗਈ ਹੈ, ਉਹਦੇ ਨਿਭਾ ਕਰਕੇ ਹੈਗਾ ਵਾ। ਇਹ ਕਥਨ ਕਿਸ ਦਾ ਹੈ? ਡਾਕਟਰ ਅਤਰ ਸਿੰਘ, ਸੰਤ ਸਿੰਘ ਸੇਖੋਂ ਜੀ ਜਾਂ ਕਸੇਲ? ਪ੍ਰਸ਼ਨ ਇੰਪੋਰਟੈਂਟ ਹੈ, ਇਹਨੂੰ ਲਿਖ ਲਿਓ, ਠੀਕ ਹੈ ਜੀ। ਇਸ ਦਾ ਜਿਹੜਾ ਸਹੀ ਉੱਤਰ ਹੈਗਾ ਇਸ ਪ੍ਰਸ਼ਨ ਦਾ, ਉਹ ਕਿਰਪਾਲ ਸਿੰਘ ਕਸੇਲ ਜੀ। ਡਿਊਡਾਂ ਦੀ ਰਚਨਾ ਕੀਤੀ, ਡਿਊਡਾਂ ਦੀ ਰਚਨਾ ਕੀਤੀ ਭਾਵ ਡੇਢ ਤੁਕ, ਸ਼ਾਹ ਹੁਸੈਨ, ਹਾਸ਼ਮ, ਬੁੱਲੇ ਸ਼ਾਹ, ਗੁਲਾਮ ਫਰੀਦ? ਇਸ ਪ੍ਰਸ਼ਨ ਦਾ ਜਿਹੜਾ ਸਹੀ ਉੱਤਰ ਹੈਗਾ ਵਾ ਉਹ ਸ਼ਾਹ ਹੁਸੈਨ ਜਾਂ ਬੁੱਲੇ ਸ਼ਾਹ ਜਾਂ ਗੁਲਾਮ ਫਰੀਦ। ਇਹਦਾ ਸਹੀ ਉੱਤਰ ਹੈਗਾ ਵਾ ਹਾਸ਼ਮ, ਠੀਕ ਹੈ ਜੀ। ਦੋਹੜੇ ਅਤੇ ਡਿਊਡਾਂ। ਅਗਲਾ ਪ੍ਰਸ਼ਨ ਹੈਗਾ ਜੀ ਸਾਡਾ 15, ਲਿਖਾਰੀ ਮਾਸਿਕ ਪੱਤਰ ਸੰਬੰਧ ਰੱਖਦਾ ਹੈ? ਗੁਰਬਖਸ਼ ਸਿੰਘ ਪ੍ਰੀਤਲੜੀ ਨਾਲ, ਪ੍ਰੋਫੈਸਰ ਪੂਰਨ ਨਾਲ, ਪ੍ਰੋਫੈਸਰ ਮੋਹਨ ਸਿੰਘ ਨਾਲ ਜਾਂ ਅਜੀਤ ਕੌਰ ਨਾਲ? ਗੁਰਬਖਸ਼ ਸਿੰਘ ਪ੍ਰੀਤਲੜੀ ਜੀ ਨਾਲ ਪ੍ਰੀਤਲੜੀ ਸੰਬੰਧ ਰੱਖਦਾ, ਠੀਕ ਹੈ ਜੀ। ਪ੍ਰੋਫੈਸਰ ਪੂਰਨ ਸਿੰਘ ਦੇ ਨਾਲ ਜਿਹੜਾ ਹੈਗਾ ਥੰਡਰ ਸ਼ਬਦ ਵਰਤਿਆ ਜਾਂਦਾ ਵਾ, ਅਤੇ ਅਜੀਤ ਕੌਰ ਜੀ ਦੇ ਵੀ ਕਈ ਹੈਗੇ ਨੇ। ਤਾਂ ਇਹ ਜਿਹੜਾ ਲਿਖਾਰੀ ਮਾਸਿਕ ਪੱਤਰ ਹੈਗਾ ਵਾ, ਇਹ ਸੰਬੰਧ ਰੱਖਦਾ ਪ੍ਰੋਫੈਸਰ ਮੋਹਨ ਸਿੰਘ ਦੇ ਨਾਲ, ਠੀਕ ਹੈ ਜੀ। 1934 'ਚ ਸ਼ਾਇਦ ਇਹ ਸ਼ੁਰੂ ਕੀਤਾ ਸੀ। ਪ੍ਰਸ਼ਨ ਨੰਬਰ 16, ਪਸ਼ੂਆਂ ਦਾ ਮਾਨਵੀਕਰਨ ਕਰਦੀ ਹੈ ਕਹਾਣੀ? ਗਊ ਮਾਤਾ, ਸੁਜਾਨ ਸਿੰਘ, ਮੰਗੋ, ਸੰਤੋਖ ਸਿੰਘ ਧੀਰ, ਮੈਨੂੰ ਜਾਣਨੇ, ਕੁਲਵੰਤ ਸਿੰਘ ਵਿਰਕ, ਸ਼ੇਰਨੀਆਂ, ਕੁਲਵੰਤ ਸਿੰਘ ਵਿਰਕ? ਤਾਂ ਪਸ਼ੂਆਂ ਦਾ ਜਿਹੜਾ ਮਾਨਵੀਕਰਨ ਕੀਤਾ ਗਿਆ ਉਹ ਕੀਤਾ ਗਿਆ ਮੰਗੋ ਕਹਾਣੀ ਦੇ ਵਿੱਚ, ਸੰਤੋਖ ਸਿੰਘ ਧੀਰ ਜੀ ਦੀ ਲਿਖੀ ਹੋਈ ਹੈ। ਤੂੜੀ ਦੀ ਪੰਡ ਕਹਾਣੀ ਦਾ ਪਾਤਰ ਹੈ ਚਾਚਾ, ਬਹਾਦਰ ਸਿੰਘ, ਬਜ਼ੁਰਗ ਜਾਂ ਆਲਾ ਸਿੰਘ? ਤੂੜੀ ਦੀ ਪੰਡ ਕਹਾਣੀ ਦਾ ਜਿਹੜਾ ਮੁੱਖ ਪਾਤਰ ਹੈਗਾ ਵਾ ਉਹ ਹੈਗਾ ਵਾ ਬਹਾਦਰ ਸਿੰਘ। ਤੂੜੀ ਦੀ ਪੰਡ ਨੂੰ ਐਜ਼ ਏ ਪ੍ਰਤੀਕ ਦੇ ਤੌਰ 'ਤੇ ਵਰਤਿਆ ਗਿਆ, ਠੀਕ ਹੈ ਜੀ। ਚੱਠੇ ਸਰਦਾਰਾਂ ਦੀ ਬਰਾਦਰੀ ਨੂੰ ਇਕੱਠਾ ਰੱਖ ਕੇ ਰੱਖਣਾ ਚਾਹੁੰਦਾ ਹੁੰਦਾ ਵਾ, ਪਰ ਜਿਹੜੇ ਨਵੇਂ ਬਦਲਦੀਆਂ ਪ੍ਰਸਥਿਤੀਆਂ ਹੁੰਦੀਆਂ ਨੇ, ਮਤਲਬ ਪੂੰਜੀਵਾਦ ਯੁੱਗ ਦੇ ਵਿੱਚ, ਤਾਂ ਜਿਹੜੇ ਚੱਠੇ ਸਰਦਾਰ ਨੇ, ਜਿਹੜੇ ਬੱਚੇ ਹੈਗੇ ਨੇ, ਇੱਕ ਮੁੰਡੇ ਦੀ ਗੱਲ ਜ਼ਿਕਰ ਕੀਤਾ ਗਿਆ ਵਾ ਕਿ ਜਿਹੜੇ ਮਤਲਬ ਕੀ ਆ ਆਪੋ ਆਪਣੇ ਰਾਹ ਤੁਰੇ ਹੋਏ ਨੇ। ਤਾਂ ਬਹਾਦਰ ਸਿੰਘ ਨੂੰ ਲੱਗਦਾ ਕਿ ਜਿਵੇਂ ਦਰਿਆ ਦੇ ਵਿੱਚ ਤੂੜੀ ਦੀ ਪੰਡ ਖੁੱਲ੍ਹ ਗਈ ਹੁੰਦੀ ਹੈ, ਤਾਂ ਇੱਕ ਅੱਧੇ ਬੰਦੇ ਨੂੰ ਮਤਲਬ ਸਮਝਾਇਆ ਗੱਲ ਨਹੀਂ ਬਣਨੀ ਗੀ ਵੀ ਹੁਣ ਤਾਂ ਹਵਾ ਹੀ ਜਿਹੜੀ ਆ ਇਹ ਅਜਿਹੀ ਚੱਲ ਪਈ ਹੈ। ਅੱਗੇ ਪ੍ਰਸ਼ਨ ਜੀ 18 ਨੰਬਰ, ਪ੍ਰੇਮ ਪ੍ਰਕਾਸ਼ ਦੀਆਂ ਕਹਾਣੀਆਂ ਦਾ ਸ਼ੁਰੂਆਤੀ ਕਹਾਣੀਆਂ ਦਾ ਵਿਸ਼ਾ ਹੈ? ਪ੍ਰੇਮ ਪ੍ਰਕਾਸ਼ ਦੀਆਂ ਸ਼ੁਰੂਆਤੀ ਕਹਾਣੀਆਂ ਦਾ ਵਿਸ਼ਾ ਹੈ? ਤਾਂ ਇਸ ਦਾ ਜਿਹੜਾ ਸਹੀ ਉੱਤਰ ਸੀਗਾ ਰੋਮਾਂਸਵਾਦ, ਨਕਲਸਵਾਦੀ, ਸੁਧਾਰਵਾਦੀ ਜਾਂ ਕੋਈ ਨਹੀਂ? ਸ਼ੁਰੂਆਤੀ ਕਹਾਣੀਆਂ ਲਿਖੀਆਂ ਸੀ ਇਹਨਾਂ ਨੇ, ਠੀਕ ਹੈ ਜੀ। ਬਰਿਆਮ ਸਿੰਘ ਸੰਧੂ ਤੋਂ ਥੋੜ੍ਹੇ ਜਿਹੇ ਪ੍ਰਭਾਵਿਤ ਹੋਏ ਸੀ, ਕਹਿ ਸਕਦੇ ਹੈਗੇ ਆ। ਜੇਕਰ ਪੜ੍ਹਿਆ ਮੈਂ ਥੋੜ੍ਹਾ ਜਿਹਾ, ਮਤਲਬ ਚਲੋ ਉਸ ਦੀ ਮੈਂ ਗੱਲ ਨਹੀਂ ਕਰਦਾ, ਲੌਜਿਕ ਨਹੀਂ ਗਾ, ਪਰ ਇਹ ਚੀਜ਼ ਆਪਾਂ ਪੱਕੀ ਪਹਿਲਾਂ ਪੜ੍ਹ ਚੁੱਕੇ ਹਾਂ। ਕਿਹੜੀਆਂ ਅਖੀਰਲੀਆਂ ਕਹਾਣੀਆਂ ਸੀ ਜਾਂ ਬਾਅਦ ਵਿੱਚ ਇਹ ਝੁਕਾਅ ਹੋ ਗਿਆ ਸੀ ਇਸਤਰੀ ਮਰਦ ਦੇ ਸੰਬੰਧਾਂ ਵੱਲ ਇਹਨਾਂ ਦਾ। ਜਿਹੜੀਆਂ ਸ਼ੁਰੂਆਤੀ ਕਹਾਣੀਆਂ ਸੀਗੀਆਂ ਉਹ ਸੀਗੀਆਂ ਨਕਸਲਵਾਦ ਦੇ ਨਾਲ ਸੰਬੰਧਿਤ ਸੀ ਇਹਨਾਂ ਦੀਆਂ ਪਹਿਲੀਆਂ ਕਹਾਣੀਆਂ। ਡੈਡ ਲਾਈਨ, ਠੀਕ ਹੈ ਜੀ। ਤਾਂ ਗੋਈ ਇਹਨਾਂ ਦੀਆਂ ਮੁੱਖ ਕਹਾਣੀਆਂ ਨੇ, ਪੜ੍ਹ ਲਿਓ ਇੱਕ ਵਾਰੀ ਨੈੱਟ ਤੋਂ ਸਰਚ ਮਾਰ ਕੇ, ਠੀਕ ਲਈ ਇਹਨੂੰ। ਪ੍ਰੇਮੀ ਦੇ ਨਿਆਣੇ ਸਵੈ ਜੀਵਨੀ ਪਰਖ ਉੱਤਮ ਪੁਰਖ ਵਿੱਚ ਲਿਖੀ ਕਹਾਣੀ ਹੈ? ਸਿਲੇਬਸ 'ਚ ਨਹੀਂ, ਪਰ ਫਿਰ ਵੀ ਮੈਂ ਕਿਹਾ ਚਲੋ ਇੰਪੋਰਟੈਂਟ ਕੁਐਸਚਨ ਪਾ ਲਈਏ, ਕਿਉਂਕਿ ਕਈ ਵਾਰੀ ਨਾ ਮਤਲਬ ਉੱਥੇ ਆਪਸ਼ਨਾਂ ਦਿੱਤੀਆਂ ਹੁੰਦੀਆਂ ਇੱਦਾਂ ਦੀਆਂ ਕਹਾਣੀਆਂ ਜਿਹੜੇ ਸਿਲੇਬਸ 'ਚ ਨਹੀਂ ਹੁੰਦੀਆਂ, ਫਿਰ ਪਤਾ ਲੱਗ ਜਾਂਦਾ ਵਾ। ਉੱਤਮ ਪੁਰਖ 'ਚ ਲਿਖੀ ਗਈ ਕਹਾਣੀ ਹੈ ਵਿਰਕ ਦੀ ਆ, ਸੰਤ ਸਿੰਘ ਸੇਖੋਂ ਜੀ ਦੀ ਆ, ਕਰਤਾਰ ਸਿੰਘ ਦੁੱਗਲ ਜੀ ਦੀ ਆ, ਠੀਕ ਹੈ। ਦੱਸਣ ਦੀ ਲੋੜ ਨਹੀਂ ਜੀ, ਠੀਕ ਹੈ ਜੀ। ਸਾਰਿਆਂ ਨੂੰ ਮੈਂ ਚੌਪੀ ਆ, ਸਾਰਿਆਂ ਨੂੰ ਪਤਾ ਹੀ ਹੈਗਾ ਇਹ ਨਾ। ਮਤਲਬ ਪ੍ਰੇਮੀ ਦੇ ਨਿਆਣੇ ਕਿਵੇਂ, ਮਤਲਬ ਕੀ ਹੈਗਾ ਵਾ, ਆਪਣੀ ਮਾਂ ਦਾ ਨਾਮ ਲੈਣਾ ਉਹਨਾਂ ਨੂੰ ਮਤਲਬ ਇੱਦਾਂ ਲੱਗਦਾ ਵਾ ਹੈ ਨਾ, ਜਦੋਂ ਡਰਦੇ ਹੈਗੇ ਆ ਵੀ ਰਾਸ਼ੇ ਚੱਕ ਨਾ ਲੈ ਜਾਣ, ਕਿ ਜਿਵੇਂ ਉਹਨਾਂ ਨੇ ਕੀ ਆ ਭਵ ਸਾਗਰ ਜਿਹੜਾ ਵਾ ਪਾਰ ਕਰਨਾ ਹੁੰਦਾ ਹੈ ਨਾ। ਤਾਂ ਇੱਦਾਂ ਡਰ ਮੁਕਤ ਹੋਣ ਦੇ ਲਈ ਉਹ ਮਤਲਬ ਕੀ ਆ ਉਚਾਰਦੇ ਹੈਗੇ ਨੇ। ਤਾਂ ਇਹ ਕਹਾਣੀ ਜਿਹੜੀ ਆ ਸੰਤ ਸਿੰਘ ਸੇਖੋਂ ਜੀ ਦੀ ਆ, ਸਵੈ ਜੀਵਨੀ ਪਰਖ ਅਤੇ ਉੱਤਮ ਪੁਰਖ 'ਚ ਲਿਖੀ ਗਈ ਹੈ। ਚੌਥੀ ਕੂਟ, ਭੱਜੀਆਂ ਬਾਹੀਂ, ਵਾਪਸੀ ਕਹਾਣੀਆਂ ਸੰਬੰਧਿਤ ਹਨ? ਗੁਲਜ਼ਾਰ ਸਿੰਘ ਸੰਧੂ ਜੀ ਦੀਆਂ ਕਹਾਣੀਆਂ ਨੇ ਇਹ। ਪੰਜਾਬ ਸੰਕਟ, ਦੇਸ਼ ਵੰਡ, ਪੰਜਾਬੀ ਭਾਈਚਾਰੇ ਨਾਲ? ਤਾਂ ਇਹ ਜਿਹੜੀਆਂ ਕਹਾਣੀਆਂ ਹੈਗੀਆਂ ਨੇ ਸੰਬੰਧ ਰੱਖਦੀਆਂ ਨੇ ਪੰਜਾਬ ਸੰਕਟ ਦੇ ਨਾਲ। ਅਗਲਾ ਪ੍ਰਸ਼ਨ ਸਾਡਾ ਜੀ ਪ੍ਰਸ਼ਨ ਨੰਬਰ 21, ਕਿਸ ਦੀਆਂ ਕਹਾਣੀਆਂ ਵਿੱਚ ਵਿਆਹੇ ਪੁਰਸ਼ਾਂ ਦੇ ਪਿੱਛੇ ਭੱਜਣ ਵਾਲੀ ਔਰਤ ਪਤੀ ਦੀ ਥਾਂ ਪ੍ਰੇਮੀ ਦਾ ਸੰਕਲਪ ਭਾਰੂ ਹੈ? ਦਲੀਪ ਕੌਰ, ਅਜੀਤ ਕੌਰ, ਪ੍ਰੇਮ ਪ੍ਰਕਾਸ਼ ਜਾਂ ਕੋਈ ਨਹੀਂ? ਤਾਂ ਇਸ ਪ੍ਰਸ਼ਨ ਦਾ ਜਿਹੜਾ ਸਹੀ ਉੱਤਰ ਹੈਗਾ ਜੀ, ਤੁਹਾਡਾ ਸਾਰਿਆਂ ਦਾ ਸਹੀ ਜਾਣਾ ਵਾ, ਠੀਕ ਹੈ ਜੀ। ਇਹਦਾ ਸਹੀ ਉੱਤਰ ਹੈਗਾ ਅਜੀਤ ਕੌਰ। ਤੀਜੇ ਪਰਸਨ ਨੂੰ ਪਹਿਲ ਦਿੰਦੀ ਹੈਗੀ ਹਨ। ਤਾਂ ਫਾਲਤੂ ਸੰਕਲਪ, ਜਿਹੜਾ ਫਾਲਤੂ ਔਰਤ ਦਾ ਸੰਕਲਪ ਵੀ ਇਹਨਾਂ ਦਿੱਤਾ ਹੋਇਆ, ਫਾਲਤੂ ਔਰਤ ਦੀਆਂ ਕਹਾਣੀਆਂ ਵੀ ਕਿਸੇ ਹੱਦ ਤੱਕ ਦਾ ਵਿਸ਼ਾ ਵੀ ਇਹੀ ਜਿਹੜਾ ਵਾ ਵਰਤਿਆ ਗਿਆ ਵਾ। ਪ੍ਰਸ਼ਨ ਨੰਬਰ 22, ਈਸ਼ਵਰ ਚੰਦਰ ਨੰਦੀ ਦੇ ਯਥਾਰਥ 'ਤੇ ਕਿਸ ਦਾ ਪ੍ਰਭਾਵ ਸੀ? ਬਰਨਾਰਡ ਸ਼ਾਹ ਦਾ, ਐਂਤੋ ਦਾ, ਪੂਰਾ ਨਾਂ ਨਹੀਂ ਲਿਖਿਆ ਹੋਇਆ ਮੈਂ ਇਹਨਾਂ ਦਾ, ਐਬਸਨ ਦਾ ਜਾਂ ਕੋਈ ਨਹੀਂ? ਈਸ਼ਵਰ ਚੰਦੇ ਦੇ ਯਥਾਰਥਵਾਦ 'ਤੇ ਜਿਹੜਾ ਪ੍ਰਭਾਵ ਸੀਗਾ ਉਹ ਕਿਸ ਦਾ ਸੀ? ਉਹ ਸੀਗਾ ਜੀ ਬਰਨਾਰਡ ਸ਼ਾਹ ਦਾ, ਨਹੀਂ ਐਬਸਨ ਦਾ ਪ੍ਰਭਾਵ ਸੀਗਾ, ਠੀਕ ਹੈ ਜੀ। ਅੱਗੇ ਪ੍ਰਸ਼ਨ ਹੈਗਾ ਸਾਡਾ ਜੀ ਪ੍ਰਸ਼ਨ ਨੰਬਰ 23, ਲਿਲੀ ਅਤੇ ਜੈ ਕਿਸ਼ਨ ਦਾ ਪ੍ਰੇਮ ਵਿਆਹ ਹੁੰਦਾ ਹੈ? ਸੁਭੱਦਰਾ ਨਾਟਕ ਦੇ ਵਿੱਚ, ਦੁਲਹਨ ਦੇ ਵਿੱਚ, ਵਿਆਹ ਘਰ ਦੇ ਵਿੱਚ ਜਾਂ ਬੇਬੇ ਰਾਮ ਭਜਨੀ ਦੇ ਵਿੱਚ?
ਲਿਲੀ ਅਤੇ ਇਹ ਪਾਤਰਾਂ ਦੇ ਨਾਂ ਦਿੱਤੇ ਹੋਏ ਨੇ। ਜੈ ਕਿਸ਼ਨ ਦਾ ਜਿਹੜਾ ਪ੍ਰੇਮ ਵਿਆਹ ਹੁੰਦਾ ਉਹ ਹੁੰਦਾ ਵਾ ਵਰ ਘਰ ਦੇ ਵਿੱਚ। ਅੱਗੇ ਜੀ ਪ੍ਰਸ਼ਨ ਨੰਬਰ ਜਿਹੜਾ ਹੈਗਾ ਸਾਡਾ 24, ਪੂਰਾ ਪ੍ਰਭ ਅਰਾਧਿਆ ਪੂਰਾ ਜਾ ਕਾ ਨਾਉ ਨਾਨਕ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਛੰਦ ਵਰਤਿਆ ਗਿਆ ਹੈ ਚਪਈ, ਦਵਈਆ, ਦੋਹਰਾ ਜਾਂ ਬੈਂਤ। ਸੌਖਾ ਹੀ ਆ ਜੀ, ਥੋੜ੍ਹਾ ਜਿਹਾ ਪੜ੍ਹਿਆ ਹੋਇਆ ਤੁਹਾਡਾ ਸਹੀ ਜਾ ਬਣਨਾ ਪ੍ਰਸ਼ਨ ਇਹ। ਪੂਰਾ ਪ੍ਰਭ ਅਰਾਧਿਆ ਪੂਰਾ ਜਾ ਕਾ ਨਾਉ ਪੂਰੇ ਕੇ ਗੁਣ ਗਾਓ, ਤਾਂ ਇਹ ਜਿਹੜਾ ਛੰਦ ਹੈਗਾ ਵਾ ਦੋਹਰਾ। ਡਾਕਟਰ ਬੇਦੀ ਜੀ ਕਿਸ ਤਿਉਹਾਰ ਦਾ ਜਿਹੜਾ ਹੈਗਾ ਵਾ ਸ਼ੁਰੂਆਤ ਟੂਣੇ ਤੋਂ ਮੰਨਦੇ ਹਨ? ਵੀ ਪਹਿਲਾਂ ਇਹ ਟੂਣੇ ਤੋਂ ਸ਼ੁਰੂ ਹੋਈ ਹੈ ਇਹ। ਦੀਵਾਲੀ ਦਾ ਤਿਉਹਾਰ, ਦੁਸਹਿਰੇ ਦਾ, ਜਾਂ ਮਾਘੀ ਦਾ, ਜਾਂ ਲੋਹੜੀ ਦਾ। ਡਾਕਟਰ ਬਣਜਾਰਾ ਸਿੰਘ ਬੇਦੀ ਜੀ ਜਿਹੜਾ ਤਿਉਹਾਰ ਹੈਗਾ ਮਾਘੀ, ਠੀਕ ਹੈ ਜੀ, ਇਹ ਜਾਂ ਦੁਸਹਿਰਾ ਜਾਂ ਦੀਵਾਲੀ, ਇਹਨਾਂ ਤੋਂ ਨਹੀਂ, ਉਹ ਲੋਹੜੀ ਮੰਨਦੇ ਹੈਗੇ ਨੇ। ਲੋਹੜੀ ਦਾ ਜਿਹੜਾ ਮਤਲਬ ਕੀ ਹੈਗੇ ਸ਼ੁਰੂਆਤ ਜਿਹੜੀ ਆ ਉਹ ਟੂਣੇ ਤੋਂ ਹੋਈ ਮੰਨਦੇ ਨੇ ਕਿ ਸਰਦੀਆਂ ਦੀਆਂ ਰਾਤਾਂ ਦੇ ਵਿੱਚ ਜਾਂ ਸਰਦੀਆਂ ਦੇ ਦਿਨਾਂ ਵਿੱਚ ਲੱਕੜੀਆਂ ਦੇ ਨਾਲ ਜਿਹੜੀ ਮਤਲਬ ਕਿ ਅੱਗ ਬਾਲੀ ਜਾਂਦੀ ਸੀਗੀ, ਹੈ ਨਾ, ਤਾਂ ਰੋਸ਼ਨੀ ਨਿੱਘ ਪ੍ਰਾਪਤ ਕਰਨ ਦੇ ਲਈ ਤਾਂ ਇੱਕ ਟੂਣਾ ਕਰਦੇ ਹੁੰਦੇ ਸੀ ਸਿਆਣੇ ਲੋਕ, ਠੀਕ ਹੈ ਜੀ। ਤਾਂ ਇਹਦਾ ਜਿਹੜਾ ਸੰਬੰਧ ਵਾ ਉਹ ਲੋਹੜੀ ਦੇ ਨਾਲ ਵਾ। ਪ੍ਰਸ਼ਨ ਨੰਬਰ 26, ਕਿਸ ਨਾਟਕ ਵਿੱਚ ਗਦਰ ਲਹਿਰ ਦੀ ਅਸਫਲਤਾ ਦਿਖਾਈ ਗਈ ਹੈ? ਮਿੱਤਰ ਪਿਆਰਾ, ਸੰਤ ਸਿੰਘ ਸੇਖੋਂ, ਖੂਨ ਦੇ ਛੋਲੇ ਗਾਵੀਏ, ਨਾਟਕਾ ਜਾਂ ਨਾਵਲਾ, ਦਿਮਾਗ 'ਚ ਆ ਗਿਆ ਹੋਣਾ ਤੁਹਾਡੇ ਜੀ, ਮੋਇਆਂ ਦੀ ਸਾਰਨਾ ਕਾਈ, ਜਾਂ ਕੋਈ ਨਹੀਂ। ਸੰਤ ਸਿੰਘ ਸੇਖੋਂ ਜੀ ਦਾ ਲਿਖਿਆ ਹੋਇਆ, ਠੀਕ ਹੈ ਜੀ, ਇਹ ਵੀ ਸੰਤ ਸਿੰਘ ਸੇਖੋਂ ਜੀ ਦਾ ਲਿਖਿਆ ਹੋਇਆ ਵਾ। ਤੁਸੀਂ ਦੇਖ ਲਓ ਹੁਣ ਵੀ ਇਹ ਨਾਵਲ ਕਿਹੜੇ ਨੇ ਅਤੇ ਨਾਟਕ ਕਿਹੜੇ ਨੇ, ਠੀਕ ਹੈ ਜੀ। ਤਾਂ ਕਿਸ ਨਾਟਕ ਵਿੱਚ ਗਦਰ ਲਹਿਰ ਦੀ ਅਸਫਲਤਾ ਦਿਖਾਈ ਗਈ ਹੈ? ਉਹ ਦਿਖਾਈ ਗਈ ਹੈ ਮਿੱਤਰ ਪਿਆਰਾ ਦੇ ਵਿੱਚ। ਅਗਲਾ ਪ੍ਰਸ਼ਨ ਜੀ ਸਾਡਾ, ਜੰਗੀਰਦਾਰਾਂ ਵਿੱਚ ਗੱਦੀ ਘੋਲ ਚੱਲਦਾ ਹੈ, ਮੋਇਆਂ ਦੀ ਸਾਰ ਨਾ ਕਾਈ, ਬੇੜਾ ਬੰਦ ਨਾ ਸਕਿਓ, ਵਾਰਿਸ ਕੋਈ ਨਹੀਂ। ਤਾਂ ਜੰਗੀਰਦਾਰਾਂ ਦੇ ਵਿੱਚ ਜਿਹੜਾ ਗੱਦੀ ਘੋਲ ਚੱਲਦਾ ਹੈ ਉਹ ਚੱਲਦਾ ਹੈ ਜੀ ਬੇੜਾ ਬੰਦ ਨਾ ਸਕਿਓ। ਸਿੱਖ ਰਾਜ ਖਤਮ ਹੋਣ ਤੋਂ ਬਾਅਦ ਆਪਸੀ ਜਿਹੜੀ ਹੈਗੀ ਹੈ ਗੱਦੀ ਵਾਸਤੇ ਜਾਂ ਆਪਸੀ ਰਾਜਨੀਤਿਕ ਸੱਤਾ ਪ੍ਰਾਪਤ ਕਰਨ ਦੇ ਲਈ ਸਿੱਖਾਂ ਦੇ ਵਿੱਚ ਆਪਸੀ ਜਿਹੜੇ ਯੁੱਧ ਦਿਖਾਏ ਗਏ ਨੇ, ਬੇੜਾ ਬੰਦ ਨਾ ਸਕਿਓ ਦੇ ਵਿੱਚ ਮੋਇਆਂ ਦੀ ਸਾਰਨਾ ਕਾਈ, ਠੀਕ ਹੈ ਜੀ, ਦਲੀਪ ਸਿੰਘ ਜੀ ਨਾਲ ਸੰਬੰਧ ਰੱਖਦਾ ਵਾ। ਵਾਰਿਸ ਨਾਟਕ ਜਿਹੜਾ ਹੈਗਾ ਸੰਤ ਸਿੰਘ ਸੇਖੋਂ ਜੀ ਦਾ ਵਾ। ਭਾਗ ਭਰੀ ਅਤੇ ਵਾਰਿਸ ਦਾ ਅਸਫਲ ਪਿਆਰ, ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦਾ ਜ਼ਿਕਰ ਅਤੇ ਸਿੱਖਾਂ ਦੀ ਵੱਧਦੀ ਤਾਕਤ ਜਿਹੜੀ ਹੈ ਇਸ ਨਾਟਕ ਦੇ ਵਿਸ਼ਾ ਵਸਤੂ ਜਿਹੜੇ ਨੇ ਸੰਬੰਧ ਰੱਖਦੇ ਹੈਗੇ ਨੇ। ਅੱਗੇ ਜੀ ਪ੍ਰਸ਼ਨ ਹੈਗਾ ਜੀ 28 ਨੰਬਰ, ਕਿਹੜਾ ਨਾਟਕ ਐਪਿਕ ਥੀਏਟਰ ਭਾਵ ਮਹਾਂਕਾਵ ਥੀਏਟਰ ਹੇਠ ਹੈ? ਕਿਹੜਾ ਨਾਟਕ ਐਪਿਕ ਥੀਏਟਰ ਪ੍ਰਭਾਵ ਜਾਂ ਮਹਾਂਕਾਵ ਥੀਏਟਰ ਨਾਲ ਸੰਬੰਧ ਰੱਖਦਾ ਹੈ? ਸੋਹਣੀ ਮਹੀਵਾਲ, ਕਣਕ ਦੀ ਬੱਲੀ, ਗਗਨ ਮਿਥਾਲ, ਜਾਂ ਕੇਸਰੋ। ਤਾਂ ਇਸ ਪ੍ਰਸ਼ਨ ਦਾ ਜਿਹੜਾ ਸਹੀ ਉੱਤਰ ਹੈਗਾ ਵਾ ਉਹ ਹੈਗਾ ਜੀ ਗਗਨ ਮਿਥਾਲ। ਅੱਜ ਕੱਲ੍ਹ ਅਤੇ ਭਲਕ ਰਾਜਨੀਤਿਕ ਭ੍ਰਿਸ਼ਟਾਚਾਰ ਨਾਲ ਸੰਬੰਧਿਤ, ਠੀਕ ਹੈ ਜੀ, ਹਰਚਰਨ ਸਿੰਘ ਜੀ ਦਾ ਲਿਖਿਆ ਹੋਇਆ, ਜਿਸ ਨੂੰ ਇਨਾਮ ਮਿਲਿਆ ਹੋਇਆ ਵਾ, ਠੀਕ ਹੈ ਜੀ, ਸਾਹਿਤ ਅਕਾਦਮੀ। ਤਾਂ ਉਹ ਵੀ ਜਿਹੜਾ ਨਾਟਕ ਹੈਗਾ ਵਾ ਉਹ ਐਪਿਕ ਥੀਏਟਰ ਦੇ ਪ੍ਰਭਾਵ ਅਧੀਨ ਆ। ਅੱਗੇ ਜੀ ਪ੍ਰਸ਼ਨ ਨੰਬਰ 29, ਪੰਜਾਬੀ ਨਾਟਕਾਂ ਵਿੱਚ ਸ਼ਤਾਬਦੀ ਨਾਟਕਾਂ ਦੀ ਪਿਰਤ ਪਾਈ। ਸ਼ਤਾਬਦੀ ਨਾਟਕਾਂ ਦੀ ਪਿਰਤ ਪਾਈ ਹਰਚਰਨ ਸਿੰਘ ਨੇ, ਬਲਵੰਤ ਗਾਰਗੀ ਨੇ, ਕਪੂਰ ਸਿੰਘ ਘੁੰਮਣ ਨੇ, ਜਾਂ ਸੰਤ ਸਿੰਘ ਸੇਖੋਂ ਨੇ। ਤਾਂ ਪੰਜਾਬੀ ਨਾਟਕਾਂ ਦੇ ਵਿੱਚ ਜਿਹੜੀ ਆ ਪਿਰਤ ਪਾਈ ਹੈਗੀ ਆ ਸ਼ਤਾਬਦੀ, ਉਹ ਪਾਈ ਹੈਗੀ ਆ ਜੀ ਹਰਚਰਨ ਸਿੰਘ ਨੇ, ਠੀਕ ਹੈ ਜੀ। ਦੇਖੋ ਜੀ ਪੇਪਰ ਤਾਂ ਹੋ ਹੀ ਜਾਣਾ ਵਾ, ਹੈ ਨਾ, ਮਤਲਬ ਇੱਕੋ ਹੀ ਸਵਾਲ ਹੁੰਦਾ ਸਾਰਿਆਂ ਦਾ, ਮਤਲਬ ਸਰ ਪੇਪਰ ਕਦੋਂ ਹੋਣਾ ਵਾ। ਦੇਖੋ ਜੀ ਮੈਂ ਇੰਨਾ ਅੰਤਰਜਾਮੀ ਜਾਂ ਜਾਣੀ ਜਾਣ ਨਹੀਂ ਹੈਗਾ, ਠੀਕ ਹੈ ਜੀ, ਮੇਰੇ ਤੋਂ ਵੱਧ ਸਾਰੇ ਜੁੜੇ ਹੋਏ ਨੇ ਇੱਥੇ, ਕੋਈ ਕਿਸੇ ਤੋਂ ਘੱਟ ਨਹੀਂ, ਸਭ ਇੱਕ ਤੋਂ ਇੱਕ ਵਧੀਕ, ਸਾਰਿਆਂ ਨੂੰ ਹੀ ਪਤਾ, ਹੈ ਨਾ। ਤਾਂ ਤੁਸੀਂ ਆਪਣੀ ਤਿਆਰੀ ਜਾਰੀ ਰੱਖੋ, ਠੀਕ ਹੈ ਜੀ, ਕੋਈ ਗੱਲ ਨਹੀਂ। ਪੇਪਰ ਮੈਰੀਟੋਰੀਅਸ ਦੀ ਡੇਟ ਜੀ ਤਾਂ ਦੇਤੀ ਉਹਨਾਂ ਨੇ, ਉਮੀਦ ਆ ਕਿ ਉਹ ਥੋੜ੍ਹੀਆਂ ਜਿਹੀਆਂ ਪੋਸਟਾਂ ਹੈਗੀਆਂ, ਉਮੀਦ ਆ ਵੀ ਆਪਣੇ ਪੇਪਰ ਦੀ ਜਿਹੜੀ ਆ ਮਤਲਬ ਕਿ ਡੇਟ ਜਲਦੀ ਆ ਜਾਵੇਗੀ। ਮਹੀਨਾ 20 ਦਿਨ ਦੇਣਗੇ ਪੜ੍ਹਨ ਨੂੰ ਸਾਨੂੰ, ਠੀਕ ਹੈ ਜੀ। ਸੋ ਆਪਣੀ ਤਿਆਰੀ ਪੂਰੀ ਰੱਖੋ। ਜਵੇ ਬਾਣ ਲੱਗ ਗਿਓ ਤਵੇ ਰੋਸ ਜਾਗਿਓ, ਠੀਕ ਹੈ ਜੀ। ਜਿਹੜਾ ਰੋਸ ਹੈਗਾ ਦਿਲ ਦੇ ਵਿੱਚ ਤੁਸੀਂ ਜਗਾਈ ਰੱਖਣਾ ਆਪਦੇ ਪੇਪਰ ਦੇ ਪ੍ਰਤੀ, ਠੀਕ ਹੈ ਜੀ। ਕੋਈ ਗੱਲ ਨਹੀਂ, ਇੱਕ ਦਿਨ ਆ ਹੀ ਜਾਣਾ ਵਾ। ਤਾਂ ਪੰਜਾਬੀ ਨਾਟਕਾਂ ਵਿੱਚ ਸ਼ਤਾਬਦੀ ਨਾਟਕ ਜਿਹੜੇ ਆ ਜੀ ਹਰਚਰਨ ਸਿੰਘ ਜੀ ਨੇ ਲਿਖੇ, ਠੀਕ ਹੈ ਜੀ। ਅੱਗੇ ਗੱਲ ਕਰਦੇ ਹੈਗੇ ਜੀ ਅਸੀਂ ਪ੍ਰਸ਼ਨ ਨੰਬਰ 30 ਦੀ। ਪ੍ਰੀਤਮ ਸਿੰਘ ਸਫੀਰ ਦੀ ਕਵਿਤਾ ਦੇ ਪੱਖ ਹਨ, ਪ੍ਰੇਮ, ਕ੍ਰਾਂਤੀ, ਰਹੱਸ, ਜਾਂ ਸਾਰੇ। ਪ੍ਰੀਤਮ ਸਿੰਘ ਸਫੀਰ ਦੀ ਕਵਿਤਾ ਜਿਹੜੇ ਪੱਖ ਹੈਗੇ ਨੇ ਜੀ ਉਹ ਸਾਰੇ ਹੀ ਹੈਗੇ ਨੇ, ਹੈ ਨਾ। ਤਰਵੈਣੀਆਂ, ਪ੍ਰੇਮ ਦੀ, ਕ੍ਰਾਂਤੀ ਦੀ, ਪ੍ਰਗਤੀਵਾਦੀ ਦੀ, ਅਤੇ ਰਹੱਸਵਾਦ ਦੀ, ਠੀਕ ਹੈ ਜੀ। ਪਹਿਲੇ ਪੜਾਅ ਦੇ ਵਿੱਚ ਉਹ ਪ੍ਰਗਤੀਵਾਦੀ ਹੈਗੇ ਆ, ਠੀਕ ਹੈ, ਜਾਂ ਪ੍ਰੇਮ ਜਾਂ ਕ੍ਰਾਂਤੀ, ਅਤੇ ਅਖੀਰੀ ਪੜਾਅ ਦੇ ਵਿੱਚ ਦੂਜੇ ਪੜਾਅ ਦੇ ਵਿੱਚ ਜਿਹੜੇ ਨੇ ਰਹੱਸਵਾਦੀ ਜਿਹੜੇ ਬਣ ਜਾਂਦੇ ਨੇ। ਕਿਹੜਾ ਪ੍ਰਗਤੀਵਾਦੀ ਕਵੀ ਨਹੀਂ ਹੈ? ਜਸਵੰਤ ਸਿੰਘ ਨੇਕੀ, ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਜਾਂ ਕੋਈ ਨਹੀਂ। ਕਿਹੜਾ ਕਵੀ ਪ੍ਰਗਤੀਵਾਦੀ ਨਹੀਂ? ਤਾਂ ਇਹਦਾ ਜਿਹੜਾ ਸਹੀ ਉੱਤਰ ਹੈਗਾ ਵਾ ਉਹ ਹੈਗਾ ਵਾ ਜੀ ਜਸਵੰਤ ਸਿੰਘ ਨੇਕੀ,
ਕਿਉਂਕਿ ਇਹ ਮਨੋਵਿਗਿਆਨਿਕ ਰਹੱਸਵਾਦ ਨਾਲ ਸੰਬੰਧ ਜਿਹੜੇ ਨੇ ਰੱਖਦੇ ਹੈਗੇ ਨੇ। ਠੀਕ ਹੈ ਜੀ। ਅਸਲੇ ਦੇ ਓਹਲੇ 1955 ਦੇ ਵਿੱਚ। ਠੀਕ ਹੈ ਜੀ। ਸਿਮਰਤੀ ਦੀ ਕਿਰਨ ਤੋਂ ਪਹਿਲਾਂ ਜਾਂ ਕਰੋਨਾ ਦੀ ਸ਼ੋਅ ਮਗਰੋਂ ਥੋੜ੍ਹੀ ਜਿਹੀ ਨਿਗਾਹ ਮਾਰ ਲਿਓ ਇਹਨਾਂ 'ਤੇ। ਠੀਕ ਹੈ ਜੀ। ਅੱਗੇ ਹੈਗਾ ਜੀ ਪ੍ਰਸ਼ਨ ਨੰਬਰ 32, ਭਾਊ ਸ਼ਬਦ ਹੈ ਉਹ ਭਾਊ ਕੀ ਕਰਨ ਡਿਆਂ। ਠੀਕ ਹੈ ਜੀ। ਕਈ ਵਾਰੀ ਇੱਦਾਂ ਦੇ ਸ਼ਬਦ, ਚਲੋ ਅੱਜ ਕੱਲ੍ਹ ਤਾਂ ਇਹ ਪਾੜੇ ਜਿਹੜੇ ਨੇ ਘੱਟ ਗਏ ਨੇ ਬੋਲੀ ਦੇ, ਨੈੱਟ ਦੀ ਵਰਤੋਂ ਕਰਕੇ, ਜਾਂ ਮਤਲਬ ਕੀ ਆ ਜ਼ਿਆਦਾਤਰ ਵੈਸੇ ਨੈੱਟ ਦਾ ਹੀ ਰੋਲ, ਆਵਾਜਾਈ ਦੇ ਸਾਧਨ ਜ਼ਿਆਦਾ ਹੋ ਗਏ ਨੇ। ਪਹਿਲਾਂ ਜਿਹੜੀ ਬੋਲੀ ਸੀ ਦੋ ਕੋਹ 'ਤੇ ਬਦਲ ਜਾਂਦੀ ਸੀ, ਅੱਜ ਕੱਲ੍ਹ ਜਿਹੜੀ ਪਹਿਚਾਣ ਥੋੜ੍ਹੀ ਜਿਹੀ ਔਖੀ ਹੋ ਜਾਂਦੀ ਹੈ ਸਾਨੂੰ, ਤਾਂ ਹੀ ਇਹ ਜਿਹੜੇ ਸ਼ਬਦ ਹੈਗੇ ਨੇ ਰੱਟੇ ਲਾਉਣੇ ਪੈਂਦੇ ਨੇ। ਮਾਝੀ ਦਾ ਸ਼ਬਦ ਹੈਗਾ ਜੀ, ਦੁਆਬੀ ਦਾ ਸ਼ਬਦ ਹੈਗਾ, ਜਾਂ ਮਲਵਈ ਦਾ ਸ਼ਬਦ ਹੈਗਾ, ਜਾਂ ਪੁਆਧੀ ਦਾ ਸ਼ਬਦ ਹੈਗਾ ਵਾ। ਤਾਂ ਇਹ ਜਿਹੜਾ ਸ਼ਬਦ ਹੈਗਾ ਜੀ ਭਾਊ ਸ਼ਬਦ ਹੈਗਾ ਵਾ, ਦੁਆਬੀ ਦਾ ਸ਼ਬਦ ਹੈਗਾ ਵਾ। ਇੱਕ ਮਹਿੰਡਾ ਸ਼ਬਦ ਹੈਗਾ ਜੀ ਜਿਹੜਾ ਲਹਿੰਦੀ ਦਾ ਸ਼ਬਦ ਹੈਗਾ। ਠੀਕ ਹੈ ਜੀ। ਅੱਗੇ ਜੀ ਪ੍ਰਸ਼ਨ ਨੰਬਰ 33, ਮਿੱਠੇ ਮੇਵੇ ਕਾਵਿ ਸੰਗ੍ਰਹਿ ਹੈ। ਪ੍ਰਸ਼ਨ ਨੰਬਰ 33 ਨੰਦ ਲਾਲ ਨੂਰਪੁਰੀ ਦਾ, ਸਫੀਰ ਦਾ, ਪ੍ਰੀਤਮ ਸਿੰਘ ਵਿਧਾਤਾ ਸਿੰਘ ਤੀਰ ਦਾ, ਜਾਂ ਕੋਈ ਨਹੀਂ। ਮਿੱਠੇ ਮੇਵੇ ਜਿਹੜਾ ਕਾਵਿ ਸੰਗ੍ਰਹਿ ਹੈਗਾ ਵਾ ਇਹ ਹੈਗਾ ਜੀ ਵਿਧਾਤਾ ਸਿੰਘ ਤੀਰ ਦਾ ਲਿਖਿਆ ਹੋਇਆ। ਅੱਗੇ ਜੀ ਪ੍ਰਸ਼ਨ ਨੰਬਰ 34, ਹਰਾਮੀ, ਊਸ਼ਾ, ਫਿਰ ਪਾਰੋ ਨੇ ਕਿਹਾ, ਚਾਰਲੀ ਚੈਪਲਿਨ, ਜਹਾਜ਼ਰਾਨ ਕਵਿਤਾਵਾਂ ਹਨ। ਪ੍ਰੀਤਮ ਸਿੰਘ ਸਫੀਰ ਦੀਆਂ, ਬਾਬਾ ਬਲਵੰਤ ਦੀਆਂ, ਜਗਤਾਰ ਦੀਆਂ, ਜਾਂ ਕੋਈ ਨਹੀਂ। ਤਾਂ ਇਹ ਜਿਹੜੀਆਂ ਕਵਿਤਾਵਾਂ ਹੈਗੀਆਂ ਨੇ ਸਾਰਿਆਂ ਨੂੰ ਪਤਾ ਹੀ ਹੈਗਾ। ਠੀਕ ਹੈ ਜੀ। ਹਰਾਮੀ ਜਿਹੜੀ ਕਵਿਤਾ ਹੈਗੀ ਆ ਸ਼ਾਇਦ ਮਹਾਨਾਚ ਦੇ ਵਿੱਚ, ਅਤੇ ਊਸ਼ਾ ਜਿਹੜੀ ਹੈਗੀ, ਊਸ਼ਾ ਅਤੇ ਜਹਾਜ਼ਰਾਨ ਜਿਹੜੀਆਂ ਕਵਿਤਾਵਾਂ ਹੈਗੀਆਂ ਨੇ ਇਹ ਬੰਦਰਗਾਹ ਦੇ ਵਿੱਚ ਹੈਗੀਆਂ ਨੇ, ਇੰਪੋਰਟੈਂਟ ਕਵਿਤਾਵਾਂ ਹੈਗੀਆਂ ਨੇ। ਚਾਰਲੀ ਚੈਪਲਨ ਜਿਹੜੀ ਹੈਗੀ ਕਵਿਤਾ ਸੁਗੰਧ ਸਮੀਰ ਦੇ ਵਿੱਚ ਹੈਗੀ ਆ। ਤਾਂ ਇਹ ਜਿਹੜੀਆਂ ਕਵਿਤਾਵਾਂ ਹੈਗੀਆਂ ਨੇ ਬਾਬਾ ਸਿੰਘ ਬਲਵੰਤ ਜੀ ਦੀਆਂ ਹੈਗੀਆਂ ਨੇ, ਇੰਪੋਰਟੈਂਟ ਨੇ ਤਿੰਨੇ ਚਾਰੇ, ਇਹਨਾਂ ਬਾਰੇ ਜ਼ਰੂਰ ਪੜ੍ਹ ਲਿਓ। ਠੀਕ ਹੈ ਜੀ। ਊਸ਼ਾ ਜਿਹੜੀ ਆ ਮਜ਼ਦੂਰਾਂ ਦੇ ਨਾਲ ਸੰਬੰਧ ਰੱਖਦੀ ਹੈਗੀ ਆ, ਪ੍ਰਗਤੀਵਾਦੀ ਕਵਿਤਾ ਹੈਗੀ ਆ ਇਹ। ਅੱਗੇ ਗੱਲ ਕਰਦੇ ਹੈਗੇ ਜੀ 35, ਫਰੀਦ ਬਾਣੀ ਨੂੰ ਸ਼ੇਖ ਬ੍ਰਹਮ ਅਤੇ ਫਰੀਦ ਦੋਹਾਂ ਦੀ ਬਾਣੀ ਮੰਨਦਾ ਹੈ। ਡਾਕਟਰ ਦੀਵਾਨਾ ਸਿੰਘ, ਸੁਰਿੰਦਰ ਸਿੰਘ ਕੋਹਲੀ, ਸੰਤ ਸਿੰਘ ਸੇਖੋਂ, ਜਾਂ ਕੋਈ ਨਹੀਂ। ਮਤਲਬ ਕਈਆਂ ਨੇ ਵਿਚਾਰ ਦਿੱਤਾ ਅੱਡ ਅੱਡ ਕਿ ਫਰੀਦ ਦੀ ਬਾਣੀ ਹੈ, ਕਈਆਂ ਨੇ ਦਿੱਤਾ ਕਿ ਸ਼ੇਖ ਬ੍ਰਹਮ ਦੀ ਬਾਣੀ ਹੈ, ਪਰ ਇੱਕ ਇਤਿਹਾਸਕਾਰ ਇਹੋ ਜਿਹਾ ਜਿਹੜਾ ਕਹਿੰਦਾ ਕਿ ਨਹੀਂ ਜੀ ਇਹ ਦੋਹਾਂ ਦੀ ਬਾਣੀ ਹੈਗੀ ਆ। ਤਾਂ ਉਹ ਜਿਹੜਾ ਹੈਗਾ ਜੀ ਉਹ ਹੈਗਾ ਵਾ ਸੰਤ ਸਿੰਘ ਸੇਖੋਂ ਨਹੀਂ, ਸੁਰਿੰਦਰ ਸਿੰਘ ਕੋਹਲੀ ਹੈਗਾ। ਠੀਕ ਹੈ ਜੀ। ਇਹ ਤੁਸੀਂ ਪ੍ਰਸ਼ਨ ਇੰਪੋਰਟੈਂਟ ਆ, ਨੋਟ ਕਰ ਲਿਓ, ਕਈ ਵਾਰੀ ਇਹੋ ਜਿਹਾ ਪ੍ਰਸ਼ਨ ਆ ਜਾਂਦਾ ਹੁੰਦਾ, ਮੇਰੇ ਲਈ ਪ੍ਰਸ਼ਨ ਇਹ ਨਵਾਂ ਸੀਗਾ। ਅਗਲਾ ਪ੍ਰਸ਼ਨ ਹੈਗਾ ਜੀ ਸਾਡਾ, ਬੁੱਧ ਸਨਿਚਰ ਕੱਪੜਾ ਡੈਸ਼ ਐਤਵਾਰ, ਗਹਿਣਾ, ਪਹਾੜ, ਪਾਣੀ, ਕੋਈ ਨਹੀਂ। ਠੀਕ ਹੈ ਜੀ। ਬੁੱਧ ਸ਼ਨਿਚਰ ਜਿਹੜਾ ਕੱਪੜਾ ਪਾਇਆ ਜਾਂਦਾ। ਠੀਕ ਹੈ ਜੀ। ਕੋਈ ਵੀ ਨਵਾਂ ਕੱਪੜਾ ਖਰੀਦਿਆ ਜਾਂਦਾ ਜਾਂ ਪਾਇਆ ਜਾਂਦਾ ਬੁੱਧਵਾਰ ਜਾਂ ਸ਼ਨਿਚਰਵਾਰ ਨੂੰ, ਅਤੇ ਜਿਹੜਾ ਗਹਿਣਾ ਹੈਗਾ ਵਾ ਉਹ ਐਤਵਾਰ ਨੂੰ। ਠੀਕ ਹੈ ਜੀ। ਨਵਾਂ ਗਹਿਣਾ ਜਿਹੜਾ ਐਤਵਾਰ ਨੂੰ ਖਰੀਦਿਆ ਵੀ ਜਾਂਦਾ ਜਾਂ ਪਾਇਆ ਵੀ ਜਾਂਦਾ ਵਾ। ਤਾਂ ਇਸ ਨੂੰ ਤੁਸੀਂ ਕੀ ਆ ਯਾਦ ਰੱਖਣਾ। ਠੀਕ ਹੈ। ਬੁੱਧ ਸ਼ਨਿਚਰ ਕੱਪੜਾ ਗਹਿਣਾ ਐਤਵਾਰ। ਠੀਕ ਹੈ ਜੀ। ਮੰਜੀ ਉਣੀ ਸੋਮਵਾਰ, ਮਤਲਬ ਇਹ ਤੁਸੀਂ ਰੱਟੇ ਹੀ ਲਾ ਲਓ। ਠੀਕ ਹੈ। ਤੁਹਾਡੇ ਮੂੰਹ 'ਤੇ ਚੜ੍ਹ ਜਾਣੀ ਚਾਹੀਦੀ ਇਹ ਬੋਲੀ। ਮਤਲਬ ਨੀਤੀ ਕਥਾ ਦਾ ਆਧਾਰ ਹੁੰਦਾ ਹੈ। ਪ੍ਰਸ਼ਨ ਨੰਬਰ 3 ਅੱਗੇ 36 ਜੀ, ਨੀਤੀ ਕਥਾ ਦਾ ਆਧਾਰ ਹੁੰਦਾ ਹੈ ਸਮਾਜ, ਧਰਮ, ਰਹੱਸਵਾਦ ਅਤੇ ਨੈਤਿਕਤਾ। ਨੀਤੀ ਕਥਾ ਦੇ ਜਿਹਨੂੰ ਆਪਾਂ ਫੇਬਲ ਕਹਿ ਦਿੰਦੇ ਹਾਂ। ਠੀਕ ਹੈ ਜੀ। ਫੇਬਲ ਮਤਲਬ ਸਲਾਹ ਦੇਣੀ ਘੁੰਮ ਘੁਮਾ ਕੇ ਪਸ਼ੂ ਪੰਛੀਆਂ ਰਾਹੀਂ, ਜਾਂ ਮਤਲਬ ਕੋਈ ਕਹਾਣੀ ਘੜ ਕੇ ਸਲਾਹ ਦੇਣੀ। 12ਵੀਂ ਦੀ ਇੰਗਲਿਸ਼ ਦੀ ਕਿਤਾਬ ਦੇ ਵਿੱਚ ਹੈਗੀ ਹੈ। ਮਤਲਬ ਉਹ ਇਸ ਪ੍ਰਸ਼ਨ ਦਾ ਜਿਹੜਾ ਸਹੀ ਉੱਤਰ ਹੈਗਾ ਉਹ ਹੈਗਾ ਜੀ ਨੈਤਿਕਤਾ, ਜਿਹਦੇ ਵਿੱਚ ਮਤਲਬ ਕਿ ਨੈਤਿਕ ਕਦਰਾਂ ਕੀਮਤਾਂ ਦੀ ਮਤਲਬ ਕਿ ਉਚਿਤ ਦੱਸਿਆ ਜਾਂਦਾ ਹੈ ਨਾ, ਸਲਾਹ ਦਿੱਤੀ ਜਾਂਦੀ ਹੈ, ਚੰਗੀ ਸਿੱਖਿਆ ਦਿੱਤੀ ਜਾਂਦੀ ਹੈ। ਲਫ਼ਜ਼ ਵੀ ਦਿਲ ਦੀ ਦੌਲਤ ਦੀਆਂ ਮੋਹਰਾਂ ਹੁੰਦੇ ਹਨ। ਲਫ਼ਜ਼ ਵੀ ਦਿਲ ਦੀ ਦੌਲਤ ਦੀਆਂ ਮੋਹਰਾਂ ਹੁੰਦੇ ਹਨ। ਬੋਲੀ ਜ਼ਿੰਦਗੀ ਦੀ ਅਮੀਰੀ ਵਿੱਚੋਂ ਆਪਣੇ ਸ਼ਬਦ ਆਪ ਚੁਣਦੀ ਹੈ ਜਾਂ ਲਫ਼ਜ਼ ਆਪ ਚੁਣਦੀ ਹੈ। ਦੋਨੇ ਕੋਟੇਸ਼ਨਾਂ ਨੂੰ ਧਿਆਨ ਨਾਲ ਪੜ੍ਹ ਲਿਓ ਇੱਕ ਵਾਰੀ ਕੋਟੇਸ਼ਨ ਨੂੰ। ਠੀਕ ਹੈ ਜੀ। ਇਹਨਾਂ ਨੂੰ ਤਾਂ ਇਹ ਕਿਹਦੇ ਨਿਬੰਧ ਵਿੱਚੋਂ ਲਈਆਂ ਗਈਆਂ ਨੇ? ਘਰ ਦੇ ਪਿਆਰ ਵਿੱਚੋਂ, ਬੋਲੀ ਦੇ ਵਿੱਚੋਂ, ਅਰਦਾਸ ਦੇ ਵਿੱਚੋਂ ਅਤੇ ਪ੍ਰਾਰਥਨਾ ਦੇ ਵਿੱਚੋਂ। ਤਾਂ ਘਰ ਦਾ ਪਿਆਰ ਤੁਸੀਂ ਜ਼ਰੂਰ ਪੜ੍ਹ ਲਿਓ ਅਤੇ ਬੋਲੀ ਜ਼ਰੂਰ ਪੜ੍ਹ ਲਿਓ। ਠੀਕ ਹੈ ਜੀ। ਅਤੇ ਅਰਦਾਸ ਜਿਹੜਾ ਨਿਬੰਧ 10ਵੀਂ ਦੀ ਕਿਤਾਬ ਲੈ ਕੇ ਜ਼ਰੂਰ ਪੜ੍ਹ ਲਿਓ। ਅਤੇ ਬੋਲੀ ਜਿਹੜਾ ਹੈਗਾ ਇਹ ਵੀ 10ਵੀਂ ਦੀ ਕਿਤਾਬ ਦੇ ਵਿੱਚ ਹੈਗਾ, CBSE 'ਚ ਵੀ ਲੱਗਿਆ ਹੋਇਆ। ਠੀਕ ਹੈ ਜੀ। ਤਾਂ ਇਹ ਮੈਂ ਅੱਜ ਹੀ ਪੜ੍ਹਾ ਕੇ ਆਇਆ ਸੀ ਬੱਚਿਆਂ ਨੂੰ, ਸਾਡੇ CBSE ਦੇ ਬੱਚੇ ਸੀਗੇ। ਅਤੇ ਲਫ਼ਜ਼ਾਂ ਵੀ ਦਿਲ ਦੀ ਦੌਲਤ ਹੁੰਦੇ ਹਨ। ਲਫ਼ਜ਼ ਵੀ ਦਿਲ ਦੀ ਦੌਲਤ ਹੁੰਦੇ ਹਨ। ਦੌਲਤ ਦੀਆਂ ਇੱਥੇ ਸ਼ਬਦ ਦੌਲਤ ਆ। ਠੀਕ ਹੈ ਜੀ। ਲਫ਼ਜ਼ ਵੀ ਦਿਲ ਦੀ ਦੌਲਤ ਦੀਆਂ ਮੋਹਰਾਂ ਹੁੰਦੇ ਹਨ। ਬੋਲੀ ਜ਼ਿੰਦਗੀ ਦੀ ਅਮੀਰੀ ਵਿੱਚੋਂ ਆਪਣੇ ਲਫ਼ਜ਼ ਆਪ ਚੁਣਦੀ ਹੈ। ਇਹ ਬੋਲੀ ਦੇ ਵਿੱਚੋਂ ਲਏ ਗਏ ਨੇ। ਗੁਰਬਖਸ਼ ਸਿੰਘ ਪ੍ਰੀਤਲੜੀ ਜੀ ਦਾ ਜਿਹੜਾ ਨਿਬੰਧ ਇਹ ਹੈਗਾ ਵਾ। ਅੱਗੇ ਗੱਲ ਕਰਦੇ ਹੈਗੇ ਆ ਜੀ ਭੈ ਮੁਕਤੀ, ਭੈ ਤੋਂ ਮੁਕਤੀ ਦਾ ਸਮਾਸੀ ਸ਼ਬਦ ਚੁਣੋ। ਸਹੀ ਸਮਾਸੀ ਸ਼ਬਦ ਕਿਹੜਾ ਹੈਗਾ? ਭੈ ਤੋਂ ਮੁਕਤੀ, ਭੈ ਮੁਕਤ, ਭੈ ਮੁਕਤੀ, ਭੈ ਮੁਕਤੀਆਂ, ਜਾਂ ਕੋਈ ਨਹੀਂ। ਬਣਤਰ ਵੀ ਦੇਖ ਲਿਓ। ਠੀਕ ਹੈ ਜੀ। ਤਾਂ ਇਸ ਪ੍ਰਸ਼ਨ ਦਾ ਜਿਹੜਾ ਸਹੀ ਉੱਤਰ ਹੈਗਾ ਉਹ ਹੈਗਾ ਵਾ ਭੈ ਮੁਕਤ। ਵਿੱਚ ਜਿਹੜੀ ਹੈਗੀ ਹੈ ਜੋੜਨੀ ਜ਼ਰੂਰ ਪੈਣੀ ਚਾਹੀਦੀ ਹੈਗੀ ਹੈ। ਠੀਕ ਹੈ ਜੀ। ਅੱਗੇ ਜੀ ਪ੍ਰਸ਼ਨ ਨੰਬਰ 40, ਮਾਘੀ ਨੂੰ ਉੱਤਰ ਪ੍ਰਦੇਸ਼ ਦੇ ਲੋਕ ਕੀ ਆਖਦੇ ਹਨ? ਪੋਂਗਲ, ਰੰਗੋਲੀ, ਤੀਬਰਤਾ, ਜਾਂ ਹਾਂਡੀ। ਤਾਂ ਪੋਂਗਲ ਜਿਹੜਾ ਵਾ ਜੀ ਇਹ ਕਿਹਾ ਜਾਂਦਾ ਵਾ ਤਾਮਿਲਨਾਡੂ ਦੇ ਵਿੱਚ ਮਾਘੀ ਨੂੰ, ਅਤੇ ਰੰਗੋਲੀ ਕਿਹਾ ਜਾਂਦਾ ਉੱਤਰ ਪ੍ਰਦੇਸ਼ ਦੇ ਵਿੱਚ। ਠੀਕ ਹੈ ਜੀ।
ਤਾਂ ਇਹ ਪ੍ਰਸ਼ਨ ਜਿਹੜੇ ਸੀ 40 ਇੰਪੋਰਟੈਂਟ ਸੀਗੇ ਜੀ। ਬਾਕੀ ਕੋਈ ਗੱਲ ਨਹੀਂ, ਰੱਬ ਦਾ ਨਾਮ ਲਈ ਚਲੋ ਸਾਰੇ ਜਾਣੇ, ਠੀਕ ਹੈ ਜੀ। ਧਰਤੀ ਦੇ ਚੱਪੇ ਚੱਪੇ ਖੰਡੀ ਬ੍ਰਹਿਮੰਡੀ ਰਾਜ ਤੇਰਾ, ਤੇਰੇ ਹੁਕਮ ਤੇ ਦੁਨੀਆ ਵਸਦੀ ਹੈ, ਇੱਕ ਇੱਕ ਸਾਹ ਮੁਹਤਾਜ ਤੇਰਾ। ਤੂੰ ਪਾਕ ਹੈ ਆਦ ਜਗਾਦੋਂ ਹੀ, ਤੇਰੇ ਬੰਦਿਆਂ ਸਿਰ ਇਲਜ਼ਾਮ ਬੜੇ। ਤੇਰੇ ਵੱਲ ਨੂੰ ਇੱਕੋ ਆਉਂਦੇ ਅਸੀਂ ਕਈ ਬਣਾ ਲਏ ਰਾਹ ਰੱਬਾ, ਅਸੀਂ ਕਿੰਨੇ ਨਾ ਸ਼ੁਕਰਿਆਂ ਤੈਨੂੰ ਛੱਡਿਆ ਦਿਲੋਂ ਭੁਲਾ ਰੱਬਾ। ਦੇਵੀ ਮਖਸੂਸਪੁਰੀ ਦਾ ਸ਼ੇਰ ਆ, ਠੀਕ ਹੈ ਜੀ। ਇਸ ਕਰਕੇ ਪਰਮਾਤਮਾ ਨੂੰ ਯਾਦ ਰੱਖਦੇ ਹੋਏ, ਠੀਕ ਹੈ ਜੀ, ਹੱਥ ਕਾਰ ਵੱਲ ਅਤੇ ਚਿੱਤ ਕਰਤਾਰ ਵੱਲ। ਪ੍ਰਿੰਸੀਪਲ ਸਾਹਿਬ ਸਿੰਘ ਜੀ ਦਾ ਕਥਨ ਹੈਗਾ, ਠੀਕ ਹੈ ਜੀ, ਉਹ ਦਿਮਾਗ ਦੇ ਵਿੱਚ ਰੱਖਿਆ ਕਰੋ ਆਪਣੇ। ਮਿਹਨਤ ਕਰਦੇ ਹੀ ਚੱਲੋ, ਠੀਕ ਹੈ ਜੀ, ਇੱਕ ਦਿਨ ਮੰਜ਼ਿਲ ਤਾਂ ਆ ਹੀ ਜਾਣੀ ਹੈ। ਉਹ ਕਹਿੰਦੇ ਹੁੰਦੇ ਆ ਨਾ, ਨਰਿੰਦਰ ਸਿੰਘ ਕਪੂਰ ਜੀ ਦੀ ਕਥਨ ਹੈਗਾ ਵਾ, ਜਿਹੜੇ ਤੁਰ ਪੈਂਦੇ ਨੇ ਉਹ ਥਿੰਦਿਆਂ ਬੂਹਿਆਂ ਤੱਕ ਪਹੁੰਚ ਹੀ ਜਾਂਦੇ ਨੇ। ਠੀਕ ਆ ਜੀ, ਧੰਨਵਾਦ ਜੀ ਸਾਰਿਆਂ ਦਾ। ਬਾਕੀ ਇੱਕ 400 ਪ੍ਰਸ਼ਨ ਹੈਗਾ, ਠੀਕ ਹੈ, ਮੈਂ ਪਹਿਲਾਂ ਵੀ ਦੱਸਿਆ ਸੀਗਾ। ਜੇ ਕਿਸੇ ਨੂੰ ਲੋੜ ਹੋਵੇ ਤਾਂ ਮੇਰੇ ਤੋਂ ਤੁਸੀਂ ਕੀ ਆ ਲੈ ਸਕਦੇ ਹੈਗੇ ਹੋ PDF।